ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸਾਖੀ ਗੁਰੂ ਲਾਦੋ ਰੇ। ਪਖੰਡੀ ਲੋਕਾਂ ਦਾ ਪਖੰਡ ਇੱਕ ਦਿਨ ਸਭ ਦੇ ਸਾਹਮਣੇ ਜਗ ਜ਼ਾਹਿਰ ਹੋ ਹੀ ਜਾਂਦਾ ਹੈ। ਠੀਕ ਉਸੇ ਪ੍ਰਕਾਰ ਸੱਚ ਸਾਹਮਣੇ ਆ ਕੇ ਹੀ ਰਹਿੰਦਾ ਹੈ ਅਤੇ ਅਸਲੀ ਅਤੇ ਨਕਲੀ ਦਾ ਭੇਦ ਲੋਕਾਂ ਨੂੰ ਪਤਾ ਚੱਲ ਹੀ ਜਾਂਦਾ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਉਹਨਾਂ ਦੇ ਪੰਥ ਉੱਤੇ ਸ਼ਰਧਾ ਰੱਖਣ ਵਾਲਾ ਇੱਕ ਵਪਾਰੀ ਮੱਖਣ ਸ਼ਾਹ, ਜਿਸ ਦਾ ਦੇਸ਼ ਵਿਦੇਸ਼ ਵਿੱਚ ਮਾਲ ਆਯਾਤ ਨਿਰਯਾਤ ਹੁੰਦਾ ਸੀ, ਇੱਕ ਵਾਰ ਇੱਕ ਜਹਾਜ਼ ਵਿੱਚ ਉਸ ਦਾ ਮਾਲ ਲੱਦਾ ਹੋਇਆ ਸੀ ਕਿ ਸਮੁੰਦਰੀ ਤੂਫਾਨ ਦੇ ਕਾਰਨ ਜਹਾਜ਼ ਰਸਤਾ ਭਟਕ ਕੇ ਚਟਾਨਾਂ ਵਿੱਚ ਫਸ ਗਿਆ। ਤੂਫਾਨ ਰੁਕਣ ਉੱਤੇ ਜਹਾਜ਼ ਰੇਤ ਵਿੱਚ ਫਸਾ ਰਹਿ ਗਿਆ। ਜਹਾਜ਼ ਵਿੱਚ ਮਾਲ ਦੇ ਕਾਰਨ ਭਾਰ ਵੀ ਬਹੁਤ ਜ਼ਿਆਦਾ ਸੀ। ਹੁਣ ਉਹ ਕਿਸੇ ਢੰਗ ਵੱਲੋਂ ਵੀ ਸਮੁੰਦਰ ਵਿੱਚ ਤੈਰਨ ਦੀ ਹਾਲਤ ਵਿੱਚ ਨਹੀਂ ਸੀ। ਸਾਰੇ ਕਰਮਚਾਰੀਆਂ ਅਤੇ ਮਲਾਹਾਂ ਨੇ ਆਪਣੇ ਸਾਰੇ ਯਤਨ ਕਰਕੇ ਵੇਖ ਲਈ ਅਤੇ ਉਹ ਥੱਕ ਹਾਰ ਕੇ ਬੈਠ ਗਈ। ਇਸ ਉੱਤੇ ਮੱਖਣ ਸ਼ਾਹ ਨੇ ਸਬਰ ਨਹੀਂ ਛੱਡਿਆ। ਉਸਨੇ ਸਾਰਿਆਂ ਵੱਲੋਂ ਕਿਹਾ, ਮੈਂ ਗੁਰੂ ਚਰਨਾਂ ਵਿੱਚ ਅਰਦਾਸ ਕਰਦਾ ਹਾਂ। ਮੈਨੂੰ ਪੂਰੀ ਆਸ ਹੈ ਕਿ ਭਗਵਾਨ ਸਾਡੀ ਸਹਾਇਤਾ ਜ਼ਰੂਰ ਕਰਨਗੇ। ਉਸਨੇ ਗੁਰੂ ਚਰਨਾਂ ਵਿੱਚ ਅਰਦਾਸ ਕੀਤੀ, ਹੇ ਗੁਰਦੇਵ, ਮੇਰੇ ਇਸ ਜਹਾਜ਼ ਨੂੰ ਜਿਵੇਂ ਦੀ ਤਿਵੇਂ ਫਿਰ ਵੱਲੋਂ ਪਾਣੀ ਵਿੱਚ ਉਤਾਰ ਦਿਓ। ਮੈਂ ਮੁਨਾਫਾ ਹੋਣ 'ਤੇ ਦਸਮਾਸ਼ ਦੀ ਰਾਸ਼ੀ ਯਾਨੀ 10ਵਾਂ ਭਾਗ ਲੈ ਕੇ ਤੁਹਾਡੇ ਦਰਬਾਰ ਵਿੱਚ ਹਾਜ਼ਰ ਹੋਵਾਂਗਾ। ਅਰਦਾਸ ਖਤਮ ਹੋਣ ਉੱਤੇ ਸਾਰਿਆਂ ਨੇ ਫਿਰ ਜਹਾਜ਼ ਨੂੰ ਸਮੁੰਦਰ ਵਿੱਚ ਉਤਾਰਨ ਦੇ ਯਤਨ ਕੀਤੇ, ਜੋ ਕਿ ਇਸ ਵਾਰ ਸਫਲ ਸਿੱਧ ਹੋਏ। ਸਾਰੇ ਹੈਰਾਨੀ ਵਿੱਚ ਸਨ ਕਿ ਇਸ ਵਾਰ ਸਹਿਜ ਵਿੱਚ ਹੀ ਜਹਾਜ਼ ਪਾਣੀ ਵਿੱਚ ਉਤਰ ਗਿਆ। ਕਾਰਜ ਖਤਮ ਹੋਣ ਉੱਤੇ ਮੱਖਣ ਸ਼ਾਹ ਮੁਨਾਫੇ ਦਾ ਦਸਮਾਸ਼ ਲੈ ਕੇ ਦਿੱਲੀ ਆਇਆ ਅਤੇ ਉਸਨੂੰ ਉੱਥੇ ਪਤਾ ਹੋਇਆ ਕਿ 8ਵੇਂ ਗੁਰੂ ਸ਼੍ਰੀ ਗੁਰੂ ਹਰਕ੍ਰਿਸ਼ਨ ਜੀ ਜੋਤੀ ਜੋਤ ਸਮਾ ਗਏ ਹਨ। ਹੁਣ ਉਹਨਾਂ ਦੇ ਸਥਾਨ ਉੱਤੇ 9ਵੇਂ ਗੁਰੂ ਬਕਾਲਾ ਗ੍ਰਾਮ ਵਿੱਚ ਹਨ। ਉਹ ਆਪਣੇ ਕਰਮਚਾਰੀਆਂ ਸਹਿਤ ਬਕਾਲਾ ਪਹੁੰਚਿਆ। ਉੱਥੇ ਉਸਨੂੰ ਬਹੁਤ ਵਿਚਿੱਤਰ ਹਾਲਤ ਦਾ ਸਾਹਮਣਾ ਕਰਨਾ ਪਿਆ। ਚਾਰੇ ਪਾਸੇ ਦੰਵੀ ਗੁਰੂਆਂ ਦੀ ਭਰਮਾਰ ਸੀ, ਜੋ ਉਹਨਾਂ ਦੇ ਮਸੰਦ ਸ਼ਾਹੂਕਾਰਾਂ ਭਗਤ ਜਨਾਂ ਨੂੰ ਆਪਣੇ ਵੱਲ ਆਕਰਸ਼ਿਤ ਕਰ ਰਹੇ ਸਨ। ਮੱਖਣ ਸ਼ਾਹ ਉਲਝਣ ਵਿੱਚ ਪੈ ਗਿਆ। ਅਨੇਕ ਗੁਰੂਆਂ ਨੂੰ ਵੇਖ ਕੇ ਉਸਦਾ ਦਿਮਾਗ ਚਕਰਾਉਣ ਲੱਗਾ। ਮੱਖਣ ਸ਼ਾਹ ਉਹਨਾਂ ਦੀ ਸਵਾਰਥ ਸ੍ਰੇਸ਼ਟਤਾ ਅਤੇ ਖਿੱਚੋਤਾਣ ਦੀਆਂ ਗੱਲਾਂ ਨੂੰ ਇਸ ਕੰਨ ਸੁਣਦਾ ਅਤੇ ਉਸ ਕੰਨ ਕੱਢ ਦਿੰਦਾ। ਉਹ ਆਪਣੇ ਮਨ ਵਿੱਚ ਸੋਚਦਾ, ਇਹ ਸਾਰੇ ਤਾਂ ਮੰਗਤੇ ਹਨ। ਗੁਰੂ ਤਾਂ ਦਾਤਾ ਹੁੰਦਾ ਹੈ। ਉਹ ਕਦੇ ਕਿਸੇ ਦੇ ਅੱਗੇ ਹੱਥ ਨਹੀਂ ਫੈਲਾਉਂਦਾ ਅਤੇ ਨਾ ਹੀ ਕਿਸੇ ਨਵਾਕਿਫ ਦੇ ਸਾਹਮਣੇ ਹੱਕ ਜਤਾਉਂਦਾ ਹੈ। ਜੇਕਰ ਮੇਰਾ ਦਸਮਾਸ਼ ਉਪਯੁਕਤ ਮਹਾਂਪੁਰਖ ਦੇ ਕੋਲ ਨਹੀਂ ਪਹੁੰਚਿਆ ਤਾਂ ਇਸ ਤੋਂ ਵੱਡੀ ਮੇਰੀ ਬੇਇੱਜ਼ਤੀ ਹੋਰ ਕੀ ਹੋਵੇਗੀ। ਮੱਖਣ ਸ਼ਾਹ ਇਸ ਉਧੇੜ ਬੁਣ ਵਿੱਚ ਸੀ ਕਿ ਉਸਨੇ ਇੱਕ ਜੁਗਤੀ ਵੱਲੋਂ ਕੰਮ ਲੈਣ ਦਾ ਮਨ ਬਣਾਇਆ, ਜਿਸ ਦੇ ਨਾਲ ਸੱਚੇ ਗੁਰੂ ਦੇ ਕੋਲ ਪਹੁੰਚਿਆ ਜਾ ਸਕੇ। ਉਸਨੇ ਅਸਲੀ ਗੁਰੂ ਜੀ ਨੂੰ ਪਛਾਣਨ ਲਈ ਸਾਰਿਆਂ ਦੀ ਪ੍ਰੀਖਿਆ ਲੈਣੀ ਸ਼ੁਰੂ ਕਰ ਦਿੱਤੀ। ਉਹ ਹਰ ਇੱਕ ਗੁਰੂ ਦੇ ਅੱਗੇ 2 ਮੋਹਰਾਂ ਭੇਂਟ ਕਰਦਾ ਗਿਆ। ਉਸ ਦਾ ਵਿਚਾਰ ਸੀ ਕਿ ਸੱਚੇ ਗੁਰੂ ਜੀ ਉਸਨੂੰ ਸੰਪੂਰਨ ਦਸਮਾਸ਼ ਦੀ ਰਾਸ਼ੀ ਖੁਦ ਹੀ ਮੰਗ ਲੈਣਗੇ ਅਤੇ ਉਸਦੇ ਜਹਾਜ਼ ਦੇ ਫਸਣ ਦੀ ਗੱਲ ਉਸਨੂੰ ਦੱਸਣਗੇ। ਪਰ ਉਸਨੂੰ ਨਿਰਾਸ਼ਾ ਹੋਈ। ਕਿਸੇ ਵੀ ਢੋਂਗੀ ਗੁਰੂ ਨੇ ਉਸ ਤੋਂ ਅਜਿਹਾ ਕੁਝ ਨਹੀਂ ਪੁੱਛਿਆ, ਸਗੋਂ ਉਹਨਾਂ ਨੇ ਖੁਸ਼ੀ-ਖੁਸ਼ੀ 2 ਮੋਹਰਾਂ ਸਵੀਕਾਰ ਕਰ ਲਈਆਂ। ਜਦੋਂ ਮੱਖਣ ਸ਼ਾਹ ਵੱਲੋਂ ਬਾਕੀ ਪੈਸੇ ਦਾ ਕਿਸੇ ਨੇ ਤਕਾਜ਼ਾ ਨਹੀਂ ਕੀਤਾ ਤਾਂ ਉਹ ਉੱਥੇ ਲੋਕਾਂ ਵੱਲੋਂ ਪੁੱਛਣ ਲੱਗਾ ਕਿ ਗੁਰੂ ਦੇ ਖਾਨਦਾਨ ਦਾ ਕੋਈ ਹੋਰ ਵੀ ਵਿਅਕਤੀ ਇੱਥੇ ਰਹਿੰਦਾ ਹੈ। ਉਸਨੇ ਬਕਾਲਾ ਨਗਰ ਦੀਆਂ ਗਲੀਆਂ ਵਿੱਚ ਕੁਝ ਬੱਚੇ ਖੇਡਦੇ ਹੋਏ ਪਾਏ। ਤਦ ਉਸਨੇ ਉਹਨਾਂ ਨੂੰ ਇਹੀ ਪ੍ਰਸ਼ਨ ਫਿਰ ਵੱਲੋਂ ਪੁੱਛਿਆ। ਇਸ ਉੱਤੇ ਇੱਕ ਬੱਚੇ ਨੇ ਦੱਸਿਆ ਕਿ ਉੱਥੇ ਤੇਗਾ ਨਾਮ ਵੱਲੋਂ ਪ੍ਰਸਿੱਧ ਗੁਰੂ ਵੰਸ਼ ਦਾ ਇੱਕ ਵਿਅਕਤੀ ਰਹਿੰਦਾ ਹੈ, ਪਰ ਉਹ ਕਿਸੇ ਨੂੰ ਮਿਲਦਾ ਜੁਲਦਾ ਨਹੀਂ। ਮੱਖਣ ਸ਼ਾਹ ਨੇ ਉਸ ਬੱਚੇ ਵੱਲੋਂ ਉਹਨਾਂ ਦੇ ਘਰ ਦਾ ਪਤਾ ਪੁੱਛਿਆ ਅਤੇ ਉੱਥੇ ਜਾ ਪਹੁੰਚਿਆ। ਮਾਤਾ ਨਾਨਕੀ ਜੀ ਵੱਲੋਂ ਭੇਂਟ ਹੋਈ। ਉਹਨਾਂ ਨੇ ਦੱਸਿਆ, ਉਹ ਤਾਂ ਭੋਰੇ ਵਿੱਚ ਭਜਨ ਕਰਨ ਵਿੱਚ ਵਿਅਸਤ ਰਹਿੰਦੇ ਹਨ। ਮੱਖਣ ਸ਼ਾਹ ਉੱਥੇ ਪਹੁੰਚਿਆ।
ਉਸ ਸਮੇਂ ਗੁਰੂ ਤੇਗ ਬਹਾਦਰ ਜੀ ਸਮਾਧੀ ਵਿੱਚ ਸਨ। ਤਦ ਉਸਨੇ ਪਹਿਲਾਂ ਦੀ ਤਰ੍ਹਾਂ 2 ਮੋਹਰਾਂ ਗੁਰੂਦੇਵ ਦੇ ਸਨਮੁਖ ਰੱਖ ਕੇ ਨਮਸਤਕ ਝੁਕਾਇਆ। ਉਦੋਂ ਹੀ ਗੁਰੂਦੇਵ ਨੇ ਅੱਖਾਂ ਖੋਲ੍ਹੀਆਂ ਅਤੇ ਮੱਖਣ ਸ਼ਾਹ ਨੂੰ ਕਿਹਾ, ਤੂੰ ਸਾਡੇ ਮੋਢੇ ਵੱਲੋਂ ਚਾਦਰ ਹਟਾ ਕੇ ਵੇਖ, ਉਸ ਵਿੱਚ ਹਲੇ ਵੀ ਘਾਵ ਹੈ ਜੋ ਤੁਹਾਡੇ ਜਹਾਜ਼ ਨੂੰ ਮੋਢਾ ਲਗਾਉਂਦੇ ਸਮੇਂ ਕਿੱਲਾਂ ਦੁਆਰਾ ਸਤੀਗ੍ਰਸਤ ਹੋਇਆ ਸੀ। ਸਾਨੂੰ ਤੁਹਾਡਾ ਪੈਸਾ ਨਹੀਂ ਚਾਹੀਦਾ, ਪਰ ਕਿਤੇ ਤੈਨੂੰ ਇਹ ਭੁਲੇਖਾ ਨਾ ਹੋ ਜਾਵੇ ਕਿ ਪੂਰਾ ਗੁਰੂ ਕੋਈ ਹੈ ਹੀ ਨਹੀਂ। ਇਸ ਪ੍ਰਕਾਰ ਮੱਖਣ ਸ਼ਾਹ ਨੂੰ ਇਹ ਪੱਕਾ ਪ੍ਰਮਾਣ ਮਿਲ ਗਿਆ ਕਿ ਸੰਕਟ ਦੇ ਸਮੇਂ ਵਿੱਚ ਉਸੇ ਗੁਰੂ ਸਾਹਿਬ ਨੇ ਉਸਦੇ ਜਹਾਜ਼ ਨੂੰ ਕੰਢੇ ਉੱਤੇ ਲਗਾਇਆ ਸੀ ਅਤੇ ਉਹ ਮੋਢੇ ਦਾ ਘਾਵ ਉਸੀਕਾ ਸੂਚਕ ਹੈ। ਅਤੇ ਉਸਨੇ ਤੁਰੰਤ ਦਸਵੰਧ ਦੀ ਪੂਰੀ ਰਕਮ ਗੁਰੂ ਤੇਗ ਬਹਾਦਰ ਜੀ ਦੇ ਚਰਨਾਂ ਵਿੱਚ ਅਰਪਿਤ ਕਰ ਦਿੱਤੀ। ਗੁਰੂ ਜੀ ਨੇ ਵੀ ਆਸਥਾਵਾਨ ਸਿੱਖ ਦਾ ਉਪਹਾਰ ਸਵੀਕਾਰ ਕਰਦੇ ਹੋਏ ਕਿਹਾ, ਗੁਰੂ ਗੱਦੀ ਕੋਈ ਮੌਜ ਮੇਲੇ ਦਾ ਸਥਾਨ ਨਹੀਂ, ਇਹ ਤਾਂ ਇੱਕ ਮਹਾਨ ਜ਼ਿੰਮੇਦਾਰੀ ਹੈ। ਇਸ ਉੱਤੇ ਮੱਖਣ ਸ਼ਾਹ ਨੇ ਕਿਹਾ, ਮਹਾਰਾਜ, ਜੇਕਰ ਤੁਸੀਂ ਛਿਪੇ ਰਹੋਗੇ ਤਾਂ ਸਿੱਖ ਭਟਕ ਭਟਕ ਕੇ ਸ਼ਰਧਾਹੀਨ ਹੋ ਜਾਣਗੇ, ਗੁਰੂ ਵਡਿਆਈ ਘਟ ਜਾਵੇਗੀ। ਜਦੋਂ ਤੁਸੀਂ ਮੇਰੇ ਜਿਵੇਂ ਦੀਨਹੀਨ ਦਾ ਜਹਾਜ਼ ਬਿਨਾਂ ਦੱਸੇ ਪਾਰ ਲਗਾ ਦਿੱਤਾ ਹੈ ਤਾਂ ਹੁਣ ਢੋਂਗੀਆਂ ਦੇ ਹੱਥਾਂ ਡੁੱਬਦੇ ਸਿੱਖ ਸਮੁਦਾਇ ਨੂੰ ਵੀ ਬਚਾਉਣ ਦੀ ਕਿਰਪਾ ਕਰੋ। ਗੁਰੂ ਦੇਵ ਜੀ ਨੇ ਵੀ ਮਹਿਸੂਸ ਕੀਤਾ ਕਿ ਹੁਣ ਉਹ ਸਮਾਂ ਆ ਗਿਆ ਹੈ ਜਦੋਂ ਉਹਨਾਂ ਨੂੰ ਜ਼ਾਹਰ ਹੋਣਾ ਚਾਹੀਦਾ ਹੈ। ਗੁਰੂ ਆਗਿਆ ਪ੍ਰਾਪਤ ਕਰਕੇ ਮੱਖਣ ਸ਼ਾਹ ਨੇ ਉੱਥੇ ਇੱਕ ਉੱਚੇ ਮਕਾਨ ਦੀ ਛੱਤ ਉੱਤੇ ਚੜ੍ਹ ਕੇ ਉੱਚੀ ਆਵਾਜ਼ ਵਿੱਚ ਸੰਗਤ ਨੂੰ ਸੁਨੇਹਾ ਦਿੱਤਾ, ਗੁਰੂ ਲਾਦੋ ਰੇ, ਗੁਰੂ ਲਾਦੋ ਰੇ, ਅਰਥਾਤ ਪੂਰੇ ਗੁਰੂ ਨੂੰ ਖੋਜ ਲਿਆ ਹੈ। ਜਿਵੇਂ ਹੀ ਇਹ ਸੁਨੇਹਾ ਅਤੇ ਘਟਨਾਕ੍ਰਮ ਦਾ ਸੰਗਤ ਨੂੰ ਗਿਆਨ ਹੋਇਆ, ਉਹ ਢੋਂਗੀਆਂ ਦੇ ਚੰਗੁਲ ਵੱਲੋਂ ਨਿਕਲ ਕੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸਾਹਮਣੇ ਹਾਜ਼ਰ ਹੋਏ। ਉੱਥੇ ਸੰਗਤ ਨੇ ਸ਼ਰਧਾਵਸ਼ ਤੋਹਫਿਆਂ ਦੇ ਢੇਰ ਲਗਾ ਦਿੱਤੇ। ਸਾਰਾ ਨਗਰ ਗੁਰੂ ਤੇਗ ਬਹਾਦਰ ਜੀ ਦੀ ਜੈ ਜੈਕਾਰ ਵੱਲੋਂ ਗੂੰਜ ਉੱਠਿਆ। ਹੌਲੀ ਹੌਲੀ ਸਭ ਢੋਂਗੀ ਗੁਰੂ ਛੰਟਣੇ ਸ਼ੁਰੂ ਹੋ ਗਏ। ਪਰ ਧੀਰ ਮੱਲ 7ਵੇਂ ਗੁਰੂ ਦਾ ਭਰਾ ਇਹ ਵੇਖ ਕੇ ਸੁਣ ਕੇ ਕ੍ਰੋਧਿਤ ਵੱਲੋਂ ਪਾਗਲ ਹੋ ਉੱਠਿਆ। ਉਸਨੇ ਆਪਣੇ ਕੁਝ ਲੋਕਾਂ ਨੂੰ ਨਾਲ ਲੈ ਕੇ ਗੁਰੂ ਤੇਗ ਬਹਾਦਰ ਜੀ ਦੇ ਨਿਵਾਸ ਸਥਾਨ ਉੱਤੇ ਹੱਲਾ ਬੋਲ ਦਿੱਤਾ ਅਤੇ ਜੋ ਪੈਸਾ ਉਪਹਾਰ ਅਤੇ ਭੇਂਟ ਸਵਰੂਪ ਆਇਆ ਸੀ ਉਹਨਾਂ ਨੂੰ ਲੁੱਟ ਕੇ ਲੈ ਗਏ। ਜਾਂਦੇ ਸਮੇਂ ਉਹਨਾਂ ਨੇ ਇੱਕ ਮਸੰਤ ਸ਼ੀਹਾ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਉੱਤੇ ਗੋਲੀ ਚਲਾ ਦਿੱਤੀ, ਜੋ ਗੁਰੂ ਦੇਵ ਜੀ ਦੇ ਕੰਨ ਉੱਤੇ ਘਾਵ ਬਣਾਉਂਦੀ ਹੋਈ ਨਿਕਲ ਗਈ। ਮੱਖਣ ਸ਼ਾਹ ਦੇ ਡੇਰੇ ਵਿੱਚ ਵੀ ਇਸ ਗੋਲੀ ਕਾਂਡ ਦੀਆਂ ਖਬਰਾਂ ਪਹੁੰਚ ਗਈਆਂ। ਬਦਲੇ ਵਿੱਚ ਤੁਰੰਤ ਮੱਖਣ ਸ਼ਾਹ ਦੇ ਸਤਸੰਗੀ ਸਿੱਖਾਂ ਨੇ ਧੀਰ ਮੱਲ ਦੇ ਘਰ ਉੱਤੇ ਹਮਲਾ ਕੀਤਾ ਅਤੇ ਉਹਨਾਂ ਦਾ ਸਾਰਾ ਮਾਲ ਲੁੱਟ ਲਿਆ, ਜਿਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਉਹ ਵੀੜ ਵੀ ਸੀ ਜਿਸ ਨੂੰ ਗੁਰੂ ਅਰਜਨ ਦੇਵ ਜੀ ਨੇ ਆਪਣੇ ਜੀਵਨ ਕਾਲ ਵਿੱਚ ਤਿਆਰ ਕਰਵਾਇਆ ਸੀ। ਉਸੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਲਬੂਤੇ ਉੱਤੇ ਧੀਰ ਮੱਲ ਆਪਣੇ ਆਪ ਨੂੰ ਗੁਰੂਆਂ ਦਾ ਅਸਲੀ ਵਾਰਿਸ ਕਹਿ ਕੇ ਲੋਕਾਂ ਨੂੰ ਠੱਗ ਰਿਹਾ ਸੀ। ਮੱਖਣ ਸ਼ਾਹ ਦੇ ਕਰਮਚਾਰੀਆਂ ਨੇ ਧੀਰ ਮੱਲ ਦੇ ਉਹਨਾਂ ਕਰਮਚਾਰੀਆਂ ਦੀਆਂ ਮੁਸ਼ਕਾਂ ਬੰਨ੍ਹ ਦਿੱਤੀਆਂ ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਜੀ ਉੱਤੇ ਗੋਲੀ ਚਲਾਈ ਸੀ। ਉਹ ਸਾਰੀਆਂ ਵਸਤੂਆਂ ਅਤੇ ਵਿਅਕਤੀਆਂ ਨੂੰ ਗੁਰੂ ਤੇਗ ਬਹਾਦਰ ਜੀ ਸਾਹਮਣੇ ਪੇਸ਼ ਕੀਤਾ, ਪਰ ਉਹਨਾਂ ਨੇ ਸਾਰਿਆਂ ਨੂੰ ਮਾफ़ ਕਰ ਦਿੱਤਾ ਕਿਉਂਕਿ ਗੁਰੂ ਜੀ ਮਾਫੀ ਨੂੰ ਸਾਰੇ ਪ੍ਰਕਾਰ ਦੇ ਤਪ ਸਾਧਨਾ ਵੱਲੋਂ ਕਿਤੇ ਜ਼ਿਆਦਾ ਕਲਿਆਣਕਾਰੀ ਅਤੇ ਗੁਣਯੁਕਤ ਮੰਨਦੇ ਸਨ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।